ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜੈ ਮਿੱਤਰ ਅਸਾਡੜੇ ਸੇਈ। ਹਉ ਟੁਟੇਂਦੀ ਜਗ ਸਵਾਇਆ ਜਨ ਨਾਨਕ ਬਿਰਲੇ ਕੇਈ। ਅਤ ਉੱਚਾ ਤਾਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ। ਕੋਟ 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 ਲਖ ਧਾਵੈ ਇਕ ਤਿਲ ਤਾਕਾ ਮਹਿਲ ਨ ਪਾਵੈ। ਸੁਹਾਵੀ ਕੌਣ ਸੁਵੇਲਾ ਜਿਤ ਪ੍ਰਭ ਮੇਲਾ। ਸ੍ਰੀ ਵਾਹਿਗੁਰੂ ਜੀ। ਮਹੱਲਾ ਤੀਜਾ। ਇੱਕ ਸਤਿਗੁਰ ਕੀ ਸੇਵਾ ਕਰਹਿ ਚਾਕਰੀ ਹਰ ਨਾਮੇ ਲੱਗੈ ਪਿਆਰ। ਨਾਨਕ ਜਨਮ ਸਵਾਰਣ ਆਪਣਾ ਕੁਲ ਕਾ ਕਰਨ ਉਧਾਰ। ਇੱਕ ਸਤਿਗੁਰ ਕੀ ਸੇਵਾ ਕਰਹਿ ਚਾਕਰੀ ਹਰ ਨਾਮੇ ਲੱਗੈ ਪਿਆਰ। ਨਾਨਕ ਜਨਮ ਸਵਾਰਣ ਆਪਣਾ ਕੁਲ ਕਾ ਕਰਨ ਉਧਾਰ। ਪੌੜੀ। ਆਪੇ ਚਾੜਸਾਲ ਆਪ ਹੈ ਪਾਧਾ ਆਪੇ ਚਾਟੜੇ ਪੜ੍ਹਨ ਕੋ ਆਣੇ। ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ। ਆਪੇ ਚਾੜਸਾਲ ਆਪ ਹੈ ਪਾਧਾ ਆਪੇ ਚਾਟੜੇ ਪੜ੍ਹਨ ਕੋ ਆਣੇ। ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ। ਇਕ ਥੈ ਪੜ੍ਹ ਬੁੱਝੈ ਸਭ ਆਪੇ ਇਕ ਥੈ ਆਪੇ ਕਰੇ ਇਆਣੇ। ਇਕ ਨਾ ਅੰਦਰ ਮਹਿਲ ਬੁਲਾਏ ਜਾਂ ਆਪ ਤੇਰੇ ਮਨ ਸੱਚੇ ਭਾਣੇ। ਜਿਨ੍ਹਾਂ ਆਪੇ ਗੁਰਮੁਖ ਦੇ ਵਡਿਆਈ ਸੇ ਜਨ ਸੱਚੀ ਦਰਗਹਿ ਜਾਣੇ। ਇਕ ਨਾ ਮਹਿਲ ਬੁਲਾਏ ਆਪੇ ਜਾਂ ਆਪ ਤੇਰੇ ਮਨ ਸੱਚੇ ਭਾਣੇ। ਜਿਨ੍ਹਾਂ ਆਪੇ ਗੁਰਮੁਖ ਦੇ ਵਡਿਆਈ ਸੇ ਜਨ ਸੱਚੀ ਦਰਗਹਿ ਜਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ। ਜਿਨ ਕੇ ਭਾਗ ਬੜੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਅਤਿਅੰਤ ਵੱਡੇ ਭਾਗਾਂ ਵਾਲੇ ਹੋ। ਸਤਿਗੁਰੂ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਪੰਜਾਂ ਬਾਣੀਆਂ ਦੇ ਨਿਤਨੇਮ ਸਰਵਣ ਕੀਤੇ ਹਨ। ਉਪਰੰਤ ਭਾਈ ਸਾਹਿਬ ਭਾਈ ਵਰਿਆਮ ਸਿੰਘ ਜੀ ਦੇ ਜਥੇ ਪਾਸੋਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਆਓ ਹੁਣ ਉਸ ਨਾਲ ਜੁੜੀਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਿਹਾਗੜੇ ਦੀ ਵਾਰ ਵਿੱਚ ਬਹੁਤ ਸਾਰੇ ਸਲੋਕ ਉਚਾਰਨ ਕੀਤੇ ਹਨ। ਇਹ ਪਵਿੱਤਰ ਸਲੋਕ ਵਿੱਚ ਗੁਰੂ ਸੇਵਾ ਦਾ ਮਹਾਤਮ ਉਜਾਗਰ ਕਰ ਰਹੇ ਹਨ। ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਵਿੱਚ ਜ਼ਿਆਦਾਤਰ ਗੁਰੂ ਸੇਵਾ ਦਾ ਮਹੱਤਵ ਦਰਸਾਇਆ ਗਿਆ ਹੈ। ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਸਰੂਪ ਦੀ ਜਾਣਕਾਰੀ, ਉਸ ਸਰੂਪ ਨਾਲ ਅਭੇਦਤਾ ਹੋਣੀ, ਇਹ ਸਾਡੀ ਮੁਕਤੀ ਦਾ ਰਸਤਾ ਹੈ। ਕਿਉਂਕਿ ਸਾਰਿਆਂ ਦਾ ਪ੍ਰਯੋਜਨ ਸੁੱਖ ਦੀ ਪ੍ਰਾਪਤੀ ਔਰ ਦੁੱਖ ਦੀ ਨਿਰਵਿਰਤੀ ਹੈ। ਉਸ ਪਰਮ ਸੁੱਖ ਨੂੰ ਪਰਮ ਆਨੰਦ ਨੂੰ ਪ੍ਰਾਪਤ ਕਰਨਾ ਸਾਰਿਆਂ ਦਾ ਲਕਸ਼ ਹੈ।
ਇਸ ਲਕਸ਼ ਦੀ ਸਿੱਧੀ ਵਾਸਤੇ, ਪਰਮਾਤਮਾ ਦੀ ਪ੍ਰਾਪਤੀ ਵਾਸਤੇ ਹੋਰ ਕੋਈ ਰਾਹ ਨਹੀਂ ਸਿਵਾਏ ਪੂਰੇ ਗੁਰੂ ਦੀ ਸ਼ਰਣੀ ਪੈਣ ਤੋਂ। ਗੁਰ ਪੂਰਾ ਮਿਲਾਵੈ ਮੇਰਾ ਪ੍ਰੀਤਮ, ਹਉ ਵਾਰ ਵਾਰ ਆਪਣੇ ਗੁਰੂ ਕੋ ਜਾਸਾ। ਸਤਿਗੁਰੂ ਮਹਾਰਾਜ ਸਾਹਿਬ ਜੀ ਉਸ ਸਰੂਪ ਦਾ ਬੋਧ ਕਰਾ ਸਕਦੇ ਹਨ। ਇਸੇ ਕਰਕੇ ਸ੍ਰੀ ਜਪਜੀ ਸਾਹਿਬ ਵਿੱਚ ਕਿਹਾ ਗਿਆ ਹੈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਸਾਡਾ ਗੁਰੂ ਹੀ ਈਸ਼ਰ ਹੈ, ਸ਼ਿਵ ਜੀ ਹੈ। ਸਾਡਾ ਗੁਰੂ ਹੀ ਸਾਡੇ ਵਾਸਤੇ ਬ੍ਰਹਮਾ ਹੈ। ਸਾਡਾ ਗੁਰੂ ਹੀ ਸਾਡੇ ਵਾਸਤੇ ਵਿਸ਼ਨੂੰ ਹੈ। ਸਾਡਾ ਗੁਰੂ ਹੀ ਪਾਰਬਤੀ ਸ਼ਿਵ ਦੀ ਉਹ ਸ਼ਕਤੀ ਜੋ ਜੰਗ ਯੁੱਧ ਕਰਦੀ ਹੈ, ਜੋ ਸਾਰਿਆਂ ਦਾ ਸ਼ਿੰਗਾਰ ਕਰਦੀ ਹੈ। ਮਾਂ ਲక్ష్ਮੀ ਜੋ ਪਾਲਣਾ ਕਰਦੀ ਹੈ। ਸਾਡਾ ਗੁਰੂ ਹੀ ਸਾਡੇ ਵਾਸਤੇ ਜੋ ਸਰਸਤੀ ਵਿਦਿਆ ਦੀ ਸ਼ਕਤੀ ਹੈ, ਕਿਉਂਕਿ ਤਿੰਨ ਦੇਵਤੇ ਹਨ, ਤਿੰਨਾਂ ਦੀਆਂ ਤਿੰਨੇ ਹੀ ਸ਼ਕਤੀਆਂ ਹਨ। ਈਸ਼ਰ ਦੀ ਸ਼ਕਤੀ ਪਾਰਬਤੀ ਹੈ, ਸ਼ਿਵ ਪਾਰਬਤੀ ਦਾ ਸੰਬੰਧ ਹੈ, ਔਰ ਗੋਰਖ ਵਿਸ਼ਨੂੰ ਨੂੰ ਜੋ ਸ੍ਰਿਸ਼ਟੀ ਦੀ ਰਕਸ਼ਾ ਕਰਦਾ ਹੈ, ਸਤੋਗੁਣੀ ਅੰਸ਼ ਹੈ। ਔਰ ਬ੍ਰਹਮਾ ਜੋ ਜਨਮ ਦਿੰਦਾ ਹੈ, ਉਹ ਰਜੋਗੁਣੀ ਅੰਸ਼ ਹੈ। ਉਹਨਾਂ ਤਿੰਨਾਂ ਹੀ ਗੁਣਾਂ ਦੀਆਂ ਤਿੰਨਾਂ ਹੀ ਸ਼ਕਤੀਆਂ ਹਨ। ਸ਼ਿੰਗਾਰ ਕਰਤਾ ਪਾਰਬਤੀ, ਚੰਡੀ, ਕਾਲੀ, ਭਵਾਨੀ, ਦੁਰਗਾ ਆਦਿਕ ਉਹਦੀ ਸ਼ਕਤੀ ਹੈ, ਜੋ ਜੰਗ ਯੁੱਧ ਵਿੱਚ ਵਿਨਾਸ਼ ਕਰਦੀ ਹੈ। ਔਰ ਦੂਸਰੀ ਜੋ ਵਿਸ਼ਨੂੰ ਦੀ ਸ਼ਕਤੀ ਹੈ, ਮਾਇਆ ਮਾਂ ਲక్ష్ਮੀ ਬਣ ਕੇ, ਉਹ ਲੱਛਣਾਂ ਸਹਿਤ, ਕਿਉਂਕਿ ਲਕਸ਼ਮੀ ਦਾ ਅਰਥ ਹੈ ਜੋ ਲੱਛਣਾਂ ਸਹਿਤ ਉਜਾਗਰ ਹੁੰਦੀ ਹੋਵੇ। ਜਿਹਦੇ ਲੱਛਣ ਹੋਣਗੇ ਉਹੀ ਅਸੀਂ ਦੇਖ ਸਕਦੇ ਹਾਂ। ਜੋ ਲੱਛਣਾਂ ਤੋਂ ਰਹਿਤ ਹੋਵੇ ਉਹਨੂੰ ਅਸੀਂ ਦੇਖ ਨਹੀਂ ਸਕਦੇ। ਸੋ ਮਾਇਆ ਲੱਛਣਾਂ ਕਰਕੇ ਸਿੱਧ ਹੁੰਦੀ ਹੈ, ਵਿਚਾਰ ਕਰਕੇ ਅਸਿੱਧ ਹੋ ਜਾਂਦੀ ਹੈ। ਅਤੇ ਈ ਨਾਮ ਸਰਸਤੀ ਦਾ ਹੈ, ਜੋ ਬ੍ਰਹਮਾ ਦੀ ਸ਼ਕਤੀ ਹੈ, ਵਿਦਿਆ। ਹੁਣ ਸਾਡੇ ਵਾਸਤੇ ਸਾਡੇ ਸਤਿਗੁਰੂ ਹੀ ਹਨ, ਕਿਉਂਕਿ ਸਾਨੂੰ ਈਸ਼ਰ ਦਾ ਔਰ ਉਸ ਦੀ ਸ਼ਕਤੀ ਦਾ, ਵਿਸ਼ਨੂੰ ਦਾ ਉਸ ਦੀ ਸ਼ਕਤੀ ਦਾ, ਬ੍ਰਹਮਾ ਦਾ ਅਤੇ ਬ੍ਰਹਮਾ ਦੀ ਸ਼ਕਤੀ ਦਾ ਗਿਆਨ ਵੀ ਗੁਰੂ ਦੁਆਰੇ ਹੀ ਹੋਇਆ ਹੈ। ਹੋਰ ਕੋਈ ਰਸਤਾ ਨਹੀਂ ਕਿ ਸਾਨੂੰ ਪਤਾ ਲੱਗਾ ਹੋਵੇ ਵੀ ਈਸ਼ਰ ਕੀ ਹੈ, ਵਿਸ਼ਨੂੰ ਕੀ ਹੈ, ਔਰ ਬ੍ਰਹਮਾ ਕੀ ਹੈ, ਔਰ ਉਹਨਾਂ ਦੀਆਂ ਸ਼ਕਤੀਆਂ ਕੀ ਹਨ। ਗੁਰੂ ਹੀ ਦਰਸਾ ਸਕਦਾ ਹੈ। ਜਿਸ ਤੋਂ ਸਾਨੂੰ ਉਹਨਾਂ ਦਾ ਪਤਾ ਲੱਗਾ ਹੈ, ਅਸੀਂ ਉਸ ਗੁਰੂ ਨੂੰ ਛੱਡ ਕੇ ਹੋਰ ਪਿੱਛੇ ਕਿਉਂ ਜਾਈਏ। ਇਸ ਕਰਕੇ ਸਤਿਗੁਰੂ ਸਾਹਿਬ ਜੀ ਸਾਰਿਆਂ ਤੋਂ ਵੱਡਾ ਦੇਵਤਾ ਗੁਰੂ ਨੂੰ ਮੰਨਦੇ ਹਨ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਸਤਿਗੁਰਾਂ ਦੀ ਸੇਵਾ ਕਰਨੀ ਕਿਉਂ ਜ਼ਰੂਰੀ ਹੈ? ਕਿਉਂਕਿ ਜਦੋਂ ਅਸੀਂ ਗਿਆਨ ਲੈਣਾ ਹੈ, ਸਿਰ ਝੁਕਾਵਾਂਗੇ ਤਾਂ ਸਾਡੇ ਅੰਦਰ ਗਿਆਨ ਆਵੇਗਾ। ਅਸੀਂ ਜਿਸ ਦਾ ਸਤਿਕਾਰ ਨਹੀਂ ਕਰਦੇ, ਜਿਸ ਅੱਗੇ ਸਿਰ ਨਹੀਂ ਝੁਕਾਉਂਦੇ, ਔਰ ਜਿਸ ਦੀ ਸੇਵਾ ਨਹੀਂ ਕਰਦੇ, ਉਸ ਤੋਂ ਅਸੀਂ ਗਿਆਨ ਦੀ ਪ੍ਰਾਪਤੀ ਵੀ ਨਹੀਂ ਕਰ ਸਕਦੇ। ਐਸਾ ਵਿਧਾਨ ਹੈ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ, ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਆਪਣੇ ਗੁਰਦੇਵ ਸ੍ਰੀ ਗੁਰੂ ਅੰਗਦ ਦੇਵ ਜੀ ਦੀ 12 ਸਾਲ ਸੇਵਾ ਕੀਤੀ ਹੈ, ਔਰ ਸੇਵਾ ਕਰਕੇ ਜੋ ਪਰਮ ਪਦਵੀ ਪ੍ਰਾਪਤ ਕੀਤੀ ਹੈ, ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਆਤਮਾ ਦੇ ਵਿੱਚ ਅਮਰ ਪਦਵੀ, ਅਮਰ ਗੁਰੂ ਅਮਰ ਵਰਤਾਇਓ। ਗੁਰੂ ਅਮਰਦਾਸ ਸਾਹਿਬ ਜੀ ਨੇ ਅਮਰ ਨਾਮ ਹੁਕਮ ਦਾ ਹੈ, ਜੋ ਸੰਸਾਰ ਵਿੱਚ ਹੁਕਮ ਵਰਤਾ ਦਿੱਤਾ। ਸਾਰੇ ਸੰਸਾਰ ਭਰ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਸਿੱਖੀ ਦਾ ਧੁਰਾ ਬਣਾ ਕੇ
ਹਿੰਦੁਸਤਾਨ ਦੇ 22 ਸੂਬੇ ਸਨ। 22 ਮੰਜੀਆਂ ਸਥਾਪਿਤ ਕਰਕੇ ਸੱਚਾ ਅਬਚਲ ਰਾਜ ਕੀਤਾ ਹੈ। ਇਹ ਅਬਿਨਾਸੀ ਰਾਜ ਪ੍ਰਾਪਤ ਹੋਇਆ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚੋਂ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਆਪਣੀ ਬਾਣੀ 'ਚ ਸਾਰੀ ਵਿੱਚ ਗੁਰੂ ਸੇਵਾ ਦਾ ਮਹੱਤਵ ਦਰਸਾਇਆ ਹੈ। ਸੋ ਆਓ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਤੀਜਾ। ਇੱਕ ਸਤਿਗੁਰ ਕੀ ਸੇਵਾ ਕਰਹਿ ਚਾਕਰੀ, ਹਰ ਨਾਮੇ ਲੱਗੈ ਪਿਆਰ। ਇੱਕ ਗੁਰਮੁਖ ਐਸੇ ਹਨ ਜੋ ਸਤਿਗੁਰਾਂ ਦੀ ਸੇਵਾ ਚਾਕਰੀ ਟਹਿਲ ਕਰਦੇ ਹਨ। ਜਿਹੜੇ ਸੇਵਾ ਟਹਿਲ ਕਰਦੇ ਹਨ ਉਹਨਾਂ ਨੂੰ ਕੀ ਮਿਲਦਾ ਹੈ? ਹਰ ਨਾਮੇ ਲੱਗੈ ਪਿਆਰ। ਉਹਨਾਂ ਦੀ ਨਾਮ ਨਾਲ ਪ੍ਰੀਤੀ ਪੈ ਜਾਂਦੀ ਹੈ, ਕਿਉਂਕਿ ਨਾਮ ਤੋਂ ਬਿਨਾਂ ਉਸ ਮੰਡਲ 'ਚ ਪਹੁੰਚਿਆ ਨਹੀਂ ਜਾ ਸਕਦਾ। ਨਾਮ ਹੀ ਹੈ ਜਿਹੜਾ ਸਾਡੀ ਸੁਰਤ ਨੂੰ ਇਕਾਗਰ ਕਰੇਗਾ ਅਤੇ ਨਿਸ਼ਾਨੇ 'ਤੇ ਤੀਰ ਵੱਜੇਗਾ। ਰੋਜ਼ ਪੜ੍ਹਦੇ ਹਾਂ ਗੁਰਬਾਣੀ ਵਿੱਚ ਬਚਨ ਆਉਂਦਾ ਹੈ, ਗੁਰਮੰਤਰੜਾ ਚਿਤਾਰ ਨਾਨਕ ਦੁੱਖ ਨਾ ਥੀਵਈ, ਬਾਣ ਸਚਾਵਾ ਸੰਨ ਕੈ। ਬਾਣ ਸਚਾਵਾ ਸੱਚਾ ਤੀਰ ਨਿਸ਼ਾਨੇ 'ਤੇ ਲਾ ਕੇ ਮਾਰ, ਪਾਪੜਿਆਂ ਪਾਛਾੜ ਨਾਨਕ ਦੁੱਖ ਨਾ ਥੀਵਈ। ਕਹਿੰਦੇ ਜਦੋਂ ਤੀਰ ਨਿਸ਼ਾਨੇ 'ਤੇ ਵੱਜੇਗਾ, ਗੁਰਮੰਤਰੜਾ ਚਿਤਾਰ, ਗੁਰੂ ਦਾ ਮੰਤਰ ਚੇਤੇ ਕਰ, ਫਿਰ ਤੈਨੂੰ ਜਨਮ ਮਰਨ ਦਾ ਦੁੱਖ ਨਹੀਂ ਹੋਵੇਗਾ ਅਤੇ ਪਾਪਾਂ ਨੂੰ ਪਛਾੜ ਲਵੇਂਗਾ। ਸੋ ਸਾਧ ਸੰਗਤ ਜੀ, ਇਹ ਨਾਮ ਦੀ ਪ੍ਰਾਪਤੀ ਗੁਰੂ ਕੋਲੋਂ ਹੁੰਦੀ ਹੈ। ਨਾਨਕ ਜਨਮ ਸਵਾਰਣ ਆਪਣਾ, ਕੁਲ ਕਾ ਕਰਨ ਉਧਾਰ। ਮਹਾਰਾਜ ਸਾਹਿਬ ਜੀ ਕਹਿੰਦੇ ਸਤਿਗੁਰੂ ਦੀ ਸੇਵਾ ਕਰਨ ਵਾਲੇ ਆਪਣਾ ਜਨਮ ਸਵਾਰ ਲੈਂਦੇ ਹਨ, ਆਪਣੀ ਕੁਲ ਦਾ ਉਧਾਰ ਕਰ ਲੈਂਦੇ ਹਨ। ਆਪ ਤਾਂ ਤਰਦੇ ਹੀ ਹਨ, ਉਹਨਾਂ ਦੀਆਂ ਕੁਲਾਂ ਹੀ ਤਰ ਜਾਂਦੀਆਂ ਨੇ। ਪ੍ਰਹਲਾਦ ਜਨ ਕੇ ਹਰਿ ਜੀਓ, 21 ਕੁਲ ਉਧਾਰੇ। ਪ੍ਰਹਲਾਦ ਭਗਤ ਦੀਆਂ 21 ਕੁਲਾਂ ਤਰ ਗਈਆਂ। ਇਹ ਬਚਨ ਗੁਰਬਾਣੀ ਵਿੱਚ ਆਉਂਦਾ ਹੈ। ਹਰਿ ਜਨ ਪਰਿਵਾਰ ਸਧਾਰ ਹੈ, 21 ਕੁਲੀ ਸਭ ਜਗਤ ਛਡਾਵੈ। ਹਰੀ ਦਾ ਜਨ ਆਪ ਆਪਣੇ ਪਰਿਵਾਰ ਨੂੰ ਸੁਧਾਰ ਦਿੰਦਾ ਹੈ। ਉਹਦਾ ਪਿੰਡ ਵੀ ਕਹਿੰਦੇ ਦੇਹੀ ਕਿਸ ਕੀ ਬਾਬਰੀ, ਪਵਿੱਤਰ ਹੋਏ ਗੋ ਗ੍ਰਾਮ। ਜਿਹਦੇ ਰਸਨਾ 'ਤੇ ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਹੈ, ਉਹਦੀ ਦੇਹ ਤਾਂ ਪਵਿੱਤਰ ਹੈ, ਉਹਦਾ ਪਿੰਡ ਵੀ ਪਵਿੱਤਰ ਹੋ ਜਾਂਦਾ ਹੈ। ਸੋ ਕੁਲ ਕਾ ਕਰਨ ਉਧਾਰ, ਆਪਣੀ ਕੁਲ ਦਾ ਉਧਾਰ ਕਰ ਲੈਂਦੇ ਨੇ, ਕਈ ਕੁਲਾਂ ਦਾ ਉਧਾਰ ਕਰ ਲੈਂਦੇ ਨੇ। ਉਹਨਾਂ ਦੇ ਲਾਗੇ ਬੰਨੇ ਜਿਹੜਾ ਰਹਿ ਜਾਵੇ ਉਹਦੀਆਂ ਵੀ ਕੁਲਾਂ ਤਰ ਜਾਂਦੀਆਂ ਹਨ। ਪੌੜੀ। ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਹ ਪੌੜੀ ਉਚਾਰਨ ਕਰਦੇ ਹਨ। ਆਪੇ ਚਾਟਸਾਲ ਆਪ ਹੈ ਪਾਧਾ, ਆਪੇ ਚਾਟੜੇ ਪੜ੍ਹਨ ਕੋ ਆਣੇ। ਸਤਿਗੁਰੂ ਫਰਮਾਨ ਕਰਦੇ ਹਨ ਕਿ ਚਾਟਸਾਲ ਯਾਨੀ ਸਕੂਲ ਜਿੱਥੇ ਬੱਚੇ ਪੜ੍ਹਦੇ ਹਨ, ਅੱਜ ਕੱਲ੍ਹ ਅੰਗਰੇਜ਼ੀ 'ਚ ਸਕੂਲ ਕਹਿੰਦੇ ਹੈ, ਪਹਿਲਾਂ ਪਾਠਸ਼ਾਲਾ ਜਾਂ ਚਾਟਸ਼ਾਲਾ ਕਹਿੰਦੇ ਸਨ। ਚਾਟਸ਼ਾਲਾ ਯਾਨੀ ਸਕੂਲ ਵੀ ਆਪ ਹੈ। ਪਰਮਾਤਮਾ ਨੇ ਆਪ ਹੀ ਸਕੂਲ ਦਾ ਰੂਪ ਧਾਰਨ ਕੀਤਾ ਹੋਇਆ ਹੈ। ਆਪ ਹੈ ਪਾਧਾ, ਪਾਧਾ ਮੈਨੇ ਟੀਚਰ, ਜਿਹੜਾ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾ ਰਿਹਾ ਹੈ। ਕਹਿੰਦੇ ਉਹ ਵੀ ਪਰਮਾਤਮਾ ਆਪ ਬਣਿਆ ਹੋਇਆ ਹੈ। ਆਪੇ ਚਾਟੜੇ ਪੜ੍ਹਨ ਕੋ ਆਣੇ। ਚਾਟੜੇ ਮੈਨੇ ਚੇਲੇ, ਜਿਹੜੇ ਚਾਟਸ਼ਾਲਾ ਵਿੱਚ ਜਾ ਕੇ ਚਟਕ ਲਾਉਂਦੇ ਹਨ ਪੜ੍ਹਾਈ ਦੀ। ਆਖੋ ਸ੍ਰੀ ਵਾਹਿਗੁਰੂ। ਕਹਿੰਦੇ ਇਹਨੂੰ ਚਟਕ ਲੱਗ ਗਈ ਹੈ। ਜੇ ਇਹਨੂੰ ਚਟਕ ਨਾ ਲੱਗੇ, ਉਹ ਸਕੂਲ 'ਚੋਂ ਬਸਤਾ ਚੱਕ ਕੇ ਦੌੜ ਜਾਂਦਾ, ਜਾ ਕੇ ਗੁੱਲੀ ਡੰਡਾ ਖੇਡਦਾ। ਅਤੇ ਜੇ ਇਹਨੂੰ ਚਾਟ ਲੱਗੀ ਹੋਵੇ ਪੜ੍ਹਨ ਦੀ, ਉਹ ਸਕੂਲ 'ਚ ਵੀ ਪੂਰਾ ਟਾਈਮ ਪੜ੍ਹਦਾ ਅਤੇ ਘਰ ਜਾ ਕੇ ਵੀ ਉਹ ਪੜ੍ਹਾਈ ਉੱਤੇ ਮਿਹਨਤ ਕਰਦਾ ਜੋ ਉਹਨੂੰ ਸਕੂਲ ਦਾ ਟੀਚਰ ਕੰਮ ਦਿੰਦਾ, ਹੋਮਵਰਕ ਦਿੰਦਾ। ਕਹਿੰਦੇ ਇਹ ਜਿਹੜੇ ਚਾਟੜੇ ਹਨ, ਵਿਦਿਆਰਥੀ ਹਨ, ਸਕੂਲ ਵਿੱਚ ਪੜ੍ਹਨ ਵਾਲੇ ਸਟੂਡੈਂਟ ਹਨ, ਇਹ ਵੀ ਆਪ ਹੀ ਬਣਿਆ ਹੋਇਆ ਹੈ। ਪੜ੍ਹਨ ਵਾਸਤੇ ਆਪ ਹੀ ਲੈ ਕੇ ਆਇਆ ਹੈ।
ਸਕੂਲ ਵੀ ਆਪ ਹੈ, ਟੀਚਰ ਵੀ ਆਪ ਹੈ, ਸਟੂਡੈਂਟ ਵੀ ਆਪ ਹੈ। ਪੜ੍ਹਨ ਵਾਸਤੇ ਉਹਨਾਂ ਨੂੰ ਆਪ ਲੈ ਕੇ ਆਇਆ ਹੈ, ਉਹਨਾਂ ਦੇ ਅੰਦਰ ਰੁਚੀ ਪੈਦਾ ਕੀਤੀ, ਹੁੱਬ ਪੈਦਾ ਕੀਤੀ ਹੈ ਵੀ ਅਸੀਂ ਪੜ੍ਹੀਏ। ਅਤੇ ਆਪੇ ਪਿਤਾ ਮਾਤਾ ਹੈ, ਆਪੇ ਮਾਂ ਬਾਪ ਆਪ ਹੀ ਬਣਿਆ ਹੋਇਆ ਹੈ। ਪਿਤਾ ਬਣ ਕੇ ਪੈਤਰਿਕ ਸ਼ਕਤੀ ਜਿਹੜੀ ਹੈ ਉਹ ਪ੍ਰਦਾਨ ਕਰਦਾ ਹੈ, ਮਾਤਾ ਬਣ ਕੇ ਜੋ ਮਾਤਰਿਕ ਸ਼ਕਤੀ ਹੈ ਉਹ ਪ੍ਰਦਾਨ ਕਰਦਾ ਹੈ। ਰਕਤ ਬਿੰਦ ਕਰ ਨਿੰਮਿਆ ਅਗਨ ਉਦਰ ਮਝਾਰ, ਆਪੇ ਬਾਲਕ ਕਰੇ ਸਿਆਣੇ, ਆਪੇ ਬੱਚੇ ਸਿਆਣੇ ਕਰ ਦਿੰਦਾ ਹੈ। ਇਹ ਤਾਂ ਹੈਗਾ ਬਹਿਰੂਨੀ ਅਰਥ। ਅਕਾਲ ਪੁਰਖ ਵਾਹਿਗੁਰੂ ਆਪ ਹੀ ਸਭ ਥਾਵਾਂ 'ਤੇ ਵਰਤਦਾ ਹੈ। ਦੂਸਰਾ ਅਰਥ ਇਹ ਹੈ, ਆਪੇ ਚਾਟਸਾਲ, ਆਪ ਹੀ ਸਾਧ ਸੰਗਤ ਰੂਪੀ ਸਕੂਲ ਹੈ। ਗੁਰੂ ਘਰ ਰੂਪੀ, ਗੁਰਦੁਆਰੇ ਰੂਪੀ ਸਕੂਲ ਹੈ। ਆਪ ਹੈ ਪਾਧਾ, ਆਪ ਹੀ ਗੁਰੂ ਨਾਨਕ ਰੂਪੀ ਟੀਚਰ ਹੈ। ਆਪੇ ਚਾਟੜੇ ਪੜ੍ਹਨ ਕੋ ਆਣੇ, ਆਪੇ ਹੀ ਵਿਦਿਆਰਥੀ ਗੁਰੂ ਕੇ ਸਿੱਖ। ਸ੍ਰੀ ਗੁਰੂ ਅੰਗਦ ਦੇਵ ਜੀ ਵਰਗੇ, ਬਾਬਾ ਬੁੱਢਾ ਜੀ ਵਰਗੇ, ਭਾਈ ਭਗੀਰਥ ਜੀ ਵਰਗੇ ਆਪ ਹੀ ਪੜ੍ਹਨਾ ਵਾਸਤੇ ਬਣਿਆ ਹੋਇਆ ਹੈ। ਆਪੇ ਪਿਤਾ, ਆਪੇ ਹੀ ਸੰਤੋਖ ਰੂਪੀ ਪਿਤਾ ਹੈ। ਅਤੇ ਆਪ ਮਾਤਾ ਹੈ, ਆਪੇ ਹੀ ਮਤ ਰੂਪੀ ਮਾਤਾ ਹੈ। ਮਾਤਾ ਮਤ, ਪਿਤਾ ਸੰਤੋਖ, ਸਤ ਭਾਈ ਕਾ ਇਹ ਵਿਸ਼ੇਖ। ਆਪ ਹੀ ਸੰਤੋਖ ਰੂਪੀ ਪਿਤਾ ਹੈ, ਆਪ ਹੀ ਮਤ ਰੂਪੀ ਮਾਤਾ ਹੈ। ਆਪੇ ਬਾਲਕ ਕਰੇ ਸਿਆਣੇ, ਆਪੇ ਹੀ ਬ੍ਰਹਮ ਗਿਆਨੀ ਗੁਰਸਿੱਖ ਸਿਆਣੇ ਬਣਾਏ ਹਨ। ਇਕ ਥੈ ਪੜ੍ਹ ਬੁੱਝੈ ਸਭ ਆਪੇ, ਇਕ ਥੈ ਆਪੇ ਕਰੇ ਇਆਣੇ। ਇੱਕ ਥਾਂ 'ਤੇ ਪੜ੍ਹ ਬੁੱਝ ਕੇ ਆਪ ਹੀ ਸਿਆਣਾ ਬਣ ਜਾਂਦਾ ਹੈ। ਕੋਈ ਸਕੂਲ ਵਿੱਚ ਪੜ੍ਹਨ ਵਾਲੇ, ਪੰਜਾਬੀ 'ਚ ਕਹਾਵਤ ਹੈ, ਕਹਿੰਦੇ ਸਾਰੇ DC ਨਹੀਂ ਲੱਗਦੇ ਹੁੰਦੇ। ਸਕੂਲ ਵਿੱਚ ਬੱਚੇ 100, 200, 400, 500 ਪੜ੍ਹ ਜਾਂਦੇ, 1000 ਬੱਚਾ ਪੜ੍ਹਦਾ ਹੈ। ਅਤੇ ਉਹ ਬੱਚੇ ਸਾਰੇ ਹੀ ਤਾਂ ਜਾ ਕੇ ਅਫਸਰ ਨਹੀਂ ਲੱਗ ਜਾਂਦੇ। ਉਹਨਾਂ ਵਿੱਚੋਂ ਕੁਝ ਬੱਚੇ ਪੜ੍ਹ ਲਿਖ ਕੇ ਬੜੇ ਵੱਡੇ ਅਫਸਰ ਬਣਦੇ ਹਨ, ਕੋਈ ਬਿਜ਼ਨਸਮੈਨ ਬਣਦੇ ਹਨ। ਕੋਈ ਬੱਚੇ ਵਿਚਾਰੇ ਬਸ ਮਸੀਂ 10ਵੀਂ 12ਵੀਂ ਪਾਸ ਕਰਕੇ, ਅਤੇ ਉਹ ਵੀ ਕਈ ਵਿਚਾਰੇ ਪਾਸ ਵੀ ਨਹੀਂ ਹੁੰਦੇ, ਫੇਲ ਵੀ ਹੋ ਜਾਂਦੇ, ਵਿੱਚੇ ਰਹਿ ਜਾਂਦੇ ਹੈ। ਸਕੂਲ ਉਹੀ ਹੈ, ਉਸੇ ਸਕੂਲ ਦੇ ਵਿੱਚ ਪੜ੍ਹਨ ਵਾਲੇ ਡੰਗਰ ਚਾਰਦੇ ਆ, ਉਸੇ ਸਕੂਲ 'ਚ ਪੜ੍ਹਨ ਵਾਲੇ ਬੜੇ ਵੱਡੇ ਵਿਦਵਾਨ ਅਤੇ ਗਿਆਨੀ ਬਣਦੇ ਆ। ਇਸੇ ਤਰ੍ਹਾਂ ਸਤਿਗੁਰੂ ਜੀ ਦੀ ਸੰਗਤ ਦੇ ਵਿੱਚ ਵੀ ਸਾਰਿਆਂ ਦੀ ਅਵਸਥਾ ਇੱਕੋ ਜਿਹੀ ਨਹੀਂ ਹੁੰਦੀ। ਆਖੋ ਸ੍ਰੀ ਵਾਹਿਗੁਰੂ। ਗੁਰੂ ਘਰ ਦੇ ਵਿੱਚ ਵੀ ਜਿਹੜੇ ਕੀਰਤਨ ਕਥਾ ਸੁਣਦੇ ਹਨ, ਗੁਰੂ ਸਾਹਿਬ ਜੀ ਦੇ ਬਚਨਾਂ ਦੀ ਕਮਾਈ ਕਰਦੇ ਹਨ, ਉਹਨਾਂ ਦੀ ਮਾਨਸਿਕ ਅਵਸਥਾ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਭਿੰਨ ਭਿੰਨ ਬਣਾਈ ਹੈ। 5 ਪ੍ਰਕਾਰ ਦੀ ਸਿੱਖੀ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਲਿਖੀ ਹੈ। ਸਤਿਗੁਰੂ ਜੀ ਨੇ ਆਪਣੇ ਖਾਲਸੇ ਨੂੰ ਦੱਸੀ ਸੀ, 10ਵੇਂ ਪਾਤਸ਼ਾਹ ਜੀ ਨੇ, ਵੀ ਇੱਕ ਧੰਦੇ ਦੀ ਸਿੱਖੀ ਹੈ, ਇੱਕ ਹਿਰਸ ਦੀ ਸਿੱਖੀ ਹੈ, ਇੱਕ ਸਿਦਕ ਦੀ ਸਿੱਖੀ ਹੈ। ਧੰਦੇ ਦੀ, ਇੱਕ ਦੇਖਾ ਦੇਖੀ ਦੀ, ਤੀਜੀ ਹਿਰਸ ਦੀ, ਚੌਥੀ ਸਿਦਕ ਦੀ, ਪੰਜਵੀਂ ਪ੍ਰੇਮ ਦੀ। ਧੰਦੇ ਕੀ ਇੱਕ ਦੇਖਾ ਦੇਖੀ, ਹਿਰਸੀ ਤ੍ਰੈ ਸਿਦਕੀ ਅਵਰੇਖੀ, ਪੰਚਮ ਹੈ ਭਾਵ ਕੀ ਭਲੇ। ਧੰਦੇ ਦੀ ਸਿੱਖੀ ਇਹ ਹੈ, ਸਾਰੇ ਗੁਰੂ ਵਾਲੇ ਨੇ ਮੈਨੂੰ ਨਿਗੁਰਾ ਕਹਿੰਦੇ ਨੇ, ਇਹਨਾਂ ਦੇ ਨਾਲ ਰਹਿ ਕੇ, ਇਹਨਾਂ ਦੇ ਵਿੱਚ ਰਹਿ ਕੇ ਮੈਂ ਵੀ ਗੁਰੂ ਵਾਲਾ ਕਹਾਵਾਂਗਾ, ਮੇਰਾ ਵੀ ਕਾਰੋਬਾਰ ਧੰਦਾ ਠੀਕ ਚੱਲੇਗਾ। ਇਸ ਕਰਕੇ ਬਹੁਤੇ ਲੋਕ ਸਿੱਖ ਬਣ ਜਾਂਦੇ। ਜਦੋਂ ਸ਼ੇਰੇ ਪੰਜਾਬ ਦਾ ਰਾਜ ਆਇਆ, ਜਿਹੜੇ ਗੁਰੂਆਂ ਦੇ ਸਮੇਂ ਵਿਰੋਧ ਕਰਦੇ ਸੀ, ਉਹ ਵੀ ਸਿੱਖਾਂ ਦਾ ਬਾਣਾ ਪਾ ਕੇ ਵਿੱਚ ਰਲ ਗਏ, ਭਾਵੇਂ ਉਹਨਾਂ ਨੇ ਹੀ ਸਿੱਖੀ ਦਾ ਰਾਜ ਬਾਅਦ 'ਚ ਖਤਮ ਕੀਤਾ। ਡੋਗਰਿਆਂ ਨੇ, ਧਿਆਨ ਸਿੰਘ ਹੋ ਗਿਆ, ਸੁਚੇਤ ਸਿੰਘ, ਗੁਲਾਬ ਸਿੰਘ ਡੋਗਰੇ ਹੀ ਸਨ। ਗੁਰੂਆਂ ਦੇ ਸਮੇਂ ਉਹ ਸਿੱਖੀ ਤੋਂ ਦੂਰ ਰਹੇ, ਅਤੇ ਜਦੋਂ
ਦੇਖਿਆ ਬਈ ਹੁਣ ਸਿੱਖਾਂ ਦੇ ਘਰ ਰੋਟੀ ਪੱਕਦੀ ਹੈ, ਧੰਦੇ ਦੀ ਸਿੱਖੀ, ਉਹ ਫਟਾਫਟ ਦਾੜੀਆਂ ਕੇਸ ਰੱਖ ਕੇ ਅੰਮ੍ਰਿਤ ਛਕ ਕੇ ਸਿੰਘ ਸੱਜ ਗਏ, ਰਾਜ ਕੀਤਾ। ਜਦੋਂ ਸਾਧ ਸੰਗਤ ਜੀ ਸਾਡੇ ਗੁਰੂ ਘਰਾਂ ਦਾ ਸਿਸਟਮ ਵੀ ਦੇਖਦੇ ਹਾਂ ਤਾਂ ਇਸੇ ਤਰ੍ਹਾਂ ਦਾ ਬਣ ਗਿਆ ਵੀ ਜਿੱਥੇ ਗੁਰਦੁਆਰਿਆਂ ਵਿੱਚ ਆਮਦਨ ਚੰਗੀ ਹੋਵੇ ਉੱਥੇ ਸਾਰੇ ਹੀ ਪ੍ਰਧਾਨ ਬਣਨ ਨੂੰ, ਮਹੰਤ ਬਣਨ ਨੂੰ, ਕਮੇਟੀ ਬਣਾਉਣ ਨੂੰ ਤਿਆਰ ਬਰ ਤਿਆਰ ਹੁੰਦੇ ਆ। ਅਤੇ ਕਈ ਐਡੇ ਐਡੇ ਇਤਿਹਾਸਕ ਸਥਾਨ ਹਨ। ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਰਾਜਧਾਨੀ ਲੋਹਗੜ੍ਹ ਦਾ ਕਿਲ੍ਹਾ, ਉਹਦੀ ਐਗਜੈਂਪਲ ਸਾਡੇ ਸਾਹਮਣੇ ਹੈ ਵੀ ਉੱਥੇ 60 ਸਾਲ ਇੱਕ ਨਿਹੰਗ ਸਿੰਘ ਬਾਬਾ ਜੈਮਲ ਸਿੰਘ ਦੀਵਾ ਬਾਲ ਕੇ ਪ੍ਰਕਾਸ਼ ਕਰਦਾ ਰਿਹਾ, ਦੀਵਾ ਬਾਲ ਕੇ। ਅਤੇ 18 ਮੀਲ ਉਹ ਸਾਈਕਲ 'ਤੇ ਗੋਪਾਲ ਮੋਚਨ ਦੇ ਗੁਰਦੁਆਰੇ ਰੋਟੀ ਖਾਣ ਜਾਂਦਾ ਸੀ। 18 ਮੀਲ ਵਿਚਾਰਾ ਰੋਜ਼ ਆ ਕੇ ਸੁਖਾਸਨ ਕਰਦਾ ਸੀ। ਹੁਣ ਵੀ ਹੈ ਉਹ ਬਜ਼ੁਰਗ ਦੀ ਉਮਰ 80 ਸਾਲ ਦੀ ਹੋ ਗਈ ਹੁਣ। ਕਿਉਂ? ਉੱਥੇ ਕੋਈ ਮੱਥਾ ਟੇਕਣ ਨਹੀਂ ਜਾਂਦਾ, ਉੱਥੇ ਕੋਈ ਪ੍ਰਧਾਨ ਬਣਨ ਵੀ ਨਹੀਂ ਜਾਂਦਾ। ਇੱਦਾਂ ਹੀ ਬਹੁਤ ਸਾਰੇ ਇਤਿਹਾਸਿਕ ਸਥਾਨ ਹਨ। ਆਹ ਪਿੱਛੇ ਜੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਰੌਲਾ ਪਿਆ ਨਾ, ਉੱਧਰ ਯੂਪੀ ਅਯੁੱਧਿਆ ਦੇ ਲਾਗੇ ਕੋਈ ਪੀਰ, ਸੈਯਦ ਪੀਰ ਕਰਕੇ ਸ਼ਹਿਰ ਹੈ, ਉਹ ਸੈਯਦ ਰਾਜਾ ਪੀਰ ਕਰਕੇ, ਸੈਯਦ ਪੀਰ ਰਾਜਾ ਪੀਰ ਇੱਦਾਂ ਕਰਕੇ ਜਗ੍ਹਾ ਹੈ। ਉੱਥੇ ਗੁਰੂ ਗ੍ਰੰਥ ਸਾਹਿਬ ਦੇ 2 ਸਰੂਪ ਛੋਟੇ ਜਿਹੇ ਕਮਰੇ 'ਚ ਪਏ, ਉਹ ਲੈਣ ਵੀ ਜਾਂਦੀਆਂ ਸਤਿਕਾਰ ਕਮੇਟੀਆਂ, ਅਤੇ ਉਹਨਾਂ ਨੂੰ ਵੀ ਪਤਾ ਨਹੀਂ ਵੀ ਉਹ ਇਤਿਹਾਸੀ ਜਗ੍ਹਾ। ਗੁਰੂ ਤੇਗ ਬਹਾਦਰ ਸਾਹਿਬ ਉੱਥੇ ਆਏ ਹੈ, ਮਹਾਰਾਜ ਦਾ ਗੁਰਦੁਆਰਾ ਸੀਗਾ। 150 ਸਾਲ ਹੋ ਗਿਆ ਸਿੱਖ ਆਉਣ ਜਾਣ ਹਟ ਕੇ ਉੱਥੇ। ਉਹ ਹੌਲੇ ਹੌਲੇ ਗੁਰਦੁਆਰਾ ਢਹਿ ਗਿਆ। ਛੋਟੇ ਜਿਹੇ ਕਮਰੇ 'ਚ ਪੰਡਿਤ ਝਾੜੂ ਫੇਰ ਛੱਡਦਾ ਇੱਕ, ਉਹ ਜਗ੍ਹਾ 'ਤੇ ਉਹ ਬੈਠਾ ਉੱਥੇ। ਅਤੇ ਕਿਸੇ ਨੇ ਉੱਥੇ ਜਾ ਕੇ ਗੁਰਦੁਆਰਾ ਨਾ, ਕਾਰ ਸੇਵਾ ਵਾਲਿਆਂ ਨੇ ਜਾ ਕੇ ਸੇਵਾ ਲਾਉਣੀ ਹੈ, ਅਤੇ ਨਾ ਕਿਸੇ ਕਮੇਟੀ ਨੇ। ਕਿਉਂ? ਆਮਦਨ ਕੋਈ ਨਹੀਂ। ਜਿੱਥੇ ਆਮਦਨ ਹੈ ਉੱਥੇ ਤਾਂ ਸਾਧ ਸੰਗਤ ਜੀ ਰੌਣਕਾਂ ਲਾ ਦਿੰਦੇ ਆ। GT ਰੋਡ 'ਤੇ ਕੋਈ ਜਗ੍ਹਾ ਬਣ ਮਿਲ ਜਾਵੇ, ਫਟਾਫਟ ਨਿਸ਼ਾਨ 100 ਫੁੱਟ ਦਾ ਲਾਉਣਗੇ, ਗੁਰਦੁਆਰਾ ਬਣਾਉਣਗੇ, ਆਮਦਨ ਹੈ। ਸਾਧ ਸੰਗਤ ਜੀ ਇਹ ਵਰਤਾਰਾ ਜਿਹੜਾ ਹੈ ਇਹ ਸੰਸਾਰ ਭਰ ਦੇ ਵਿੱਚ ਇੱਦਾਂ ਹੀ ਹੈ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਵੀ ਸਾਡੇ ਅੰਦਰ ਗੁਰੂ ਦਾ ਉਹ ਪਿਆਰ ਹੋਵੇ ਵੀ ਗੁਰੂ ਦੇ ਪ੍ਰਤੀ ਜਿਵੇਂ ਮਹਾਂਪੁਰਸ਼ਾਂ ਨੇ, ਗੁਰਸਿੱਖਾਂ ਨੇ, ਬਾਬਾ ਬੁੱਢਾ ਸਾਹਿਬ ਜੀ ਵਰਗਿਆਂ ਨੇ ਸੇਵਾ ਕੀਤੀ, ਨਿਰਸਵਾਰਥ ਹੋ ਕੇ ਕੀਤੀ, ਫਿਰ ਪੰਥ ਦੀ ਚੜ੍ਹਦੀ ਕਲਾ ਹੋਵੇਗੀ। ਰਹੋ ਵਿਚਾਰ ਉਹ ਵੀ ਹੁੰਦੇ ਹਨ ਜਿਹੜੇ ਇਸ ਗੁਰੂ ਦੇ ਸਕੂਲ ਵਿੱਚ ਪੜ੍ਹ ਕੇ ਬ੍ਰਹਮ ਗਿਆਨੀ ਬਣ ਗਏ, ਉਹ ਵੀ ਹੁੰਦੇ ਹੈ ਜਿਹੜੇ ਨਿਲ ਬਟਾ ਨਿਲ ਉੱਦਾਂ ਦੇ ਉੱਦਾਂ ਹੀ ਰਹਿ ਗਏ। ਸੋ ਮਹਾਰਾਜ ਕਹਿੰਦੇ ਇੱਕ ਥੈ ਪੜ੍ਹ ਬੁੱਝੈ ਸਭ ਆਪੇ। ਇੱਕ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਨੂੰ ਆਪੇ ਆਪ ਨੂੰ ਬੁੱਝ ਲੈਂਦੇ ਆ ਮੈਂ ਕੌਣ ਹਾਂ। ਦੂਸਰਾ ਅਰਥ ਇਹ ਹੈ, ਅੰਤਰੀਵੀ ਅਰਥ ਇਹ ਹੈ, ਇੱਕ ਥੈ ਪੜ੍ਹ ਬੁੱਝੈ ਸਭ ਆਪੇ। ਇੱਕ ਪੜ੍ਹ ਕੇ ਆਪਣੇ ਆਪ ਨੂੰ ਸਮਝ ਲੈਂਦੇ ਆ ਮੈਂ ਕੀ ਚੀਜ਼ ਹੈ, ਕਾਹਦੇ ਵਾਸਤੇ ਦੁਨੀਆ 'ਤੇ ਆਇਆ, ਕੀ ਮੇਰਾ ਪ੍ਰਯੋਜਨ ਹੈ। ਉਹ ਵੀ ਅਕਾਲ ਪੁਰਖ ਦੀ ਆਪਣੀ ਕਲਾ ਹੈ। ਇੱਕ ਥੈ ਆਪੇ ਕਰੇ ਇਆਣੇ। ਇੱਕ ਥਾਂ ਸਾਡੇ ਵਰਗੇ ਇਆਣੇ ਕਥਾ ਵੀ ਕਰੀ ਜਾਣੀ ਅਤੇ ਟੋਕਰੀ ਵੱਲ ਵੀ ਵੇਖੀ ਜਾਣਾ ਬਈ ਕੀ ਆਇਆ। ਪੰਡਤ ਉੱਠ ਉੱਠ ਮਾਇਆ ਦੇਖੈ ਦਿਖਾ, ਲੈ ਦਿਖਾਈ ਲਿਆ ਦਿਖਾ ਕਿਹਨਾਂ ਕਿਉਂ ਆਣ ਚੜ੍ਹਾਇਆ, ਕੀ ਚੜ੍ਹਾਵਾ ਚੜ੍ਹਿਆ, ਗੋਲ ਕਿੰਨੀ ਕੁ ਆਈ ਹੈ। ਸਾਡੇ ਉੱਥੇ ਤਾਂ ਪੰਜਾਬ ਦੇ ਵਿੱਚ ਤਾਂ ਅਸੀਂ ਇਹੀ ਵੇਖਿਆ ਵੀ ਮੈਨੇਜਰਾਂ ਦਾ ਹਾਲ, ਇੰਸਪੈਕਟਰਾਂ ਦਾ, ਉਹ ਕਿੰਨੀ ਹੋਈ ਗੋਲਕ, ਪਿਛਲੇ ਮਹੀਨੇ ਨਾਲ ਘੱਟ ਗਈ ਤਾਂ ਗ੍ਰੰਥੀ ਦੇ ਦੁਆਲੇ ਹੋ ਜਾਣਾ, ਘਟੀ ਕਿਉਂ ਹੈ। ਜੇ ਕੋਈ ਵੱਧ ਜਾਵੇ ਫਿਰ ਵੀ ਗ੍ਰੰਥੀ ਦੇ ਦੁਆਲੇ ਹੋਣਾ, ਵਧੀ ਕਿਉਂ ਹੈ, ਪਿਛਲੇ ਮਹੀਨੇ ਘਟੀ ਕਿਉਂ ਸੀ, ਇਹ ਤੂੰ ਪੈਸੇ ਕੱਢੇ ਹੋਣੇ ਨੇ ਪਿਛਲੇ ਮਹੀਨੇ। ਇਹ ਹਾਲਾਤ ਬਣੀ ਹੋਈ ਹੈ। ਸੱਚੇ ਪਾਤਸ਼ਾਹ ਕਿਰਪਾ ਕਰੇ ਇਹ ਨਿਆਣੇ ਵੀ ਆਪ ਹੀ ਨੇ। ਇੱਕ ਥੈ ਪੜ੍ਹ ਬੁੱਝੈ ਸਭ ਆਪੇ। ਇੱਕ ਪੜ੍ਹ ਕੇ ਆਪਣੇ ਆਪ ਨੂੰ ਸਮਝ ਗਏ। ਇੱਕ ਥੈ ਆਪੇ ਕਰੇ ਆਣੇ, ਇੱਕ ਆਪ ਹੀ ਆਣੇ, ਉੱਦਾਂ ਹੀ ਰਹਿ ਗਏ ਖਾਲੀ ਦੇ ਖਾਲੀ।
ਕੁਛ ਵੀ ਨਹੀਂ ਪਤਾ ਲੱਗਾ। ਮਹਾਰਾਜ ਕਹਿੰਦੇ ਇਹ ਵੀ ਆਪਣੀ ਖੇਡ ਹੈ। ਇੱਕ ਨਾ ਅੰਦਰ ਮਹਿਲ ਬੁਲਾਏ, ਜਾਂ ਆਪ ਤੇਰੇ ਮਨ ਸੱਚੇ ਭਾਣੇ। ਇੱਕ ਨਾ ਨੂੰ ਆਪਣੇ ਮਹਿਲ ਵਿੱਚ, ਸੱਚਖੰਡ ਵਿੱਚ ਨਿਰੰਕਾਰ ਕੈ ਮਹਿਲ ਜਾਏ, ਨਿਰੰਕਾਰ ਕੈ ਦੇਸ ਜਾਏ, ਤਾਂ ਸੁਖ ਲਹੈ ਮਹੱਲ। ਕਹਿੰਦੇ ਉੱਥੇ ਉਸ ਮਹਿਲ ਵਿੱਚ ਜਾ ਕੇ ਪਰਮਾਤਮਾ ਦੇ ਨਾਲ ਅਭੇਦ ਹੋ ਗਏ ਹਨ। ਕਿਉਂ ਹੋਏ ਹਨ? ਜਾਂ ਆਪ ਤੇਰੇ ਮਨ ਸੱਚੇ ਭਾਣੇ, ਜਿਹੜੇ ਸੱਚੇ ਪਾਤਸ਼ਾਹ ਤੇਰੇ ਮਨ ਨੂੰ ਭਾ ਗਏ ਨੇ, ਜਿਨ੍ਹਾਂ ਆਪੇ ਗੁਰਮੁਖ ਦੇ ਵਡਿਆਈ, ਜਿਨ੍ਹਾਂ ਨੂੰ ਆਪ ਹੀ ਮਹਾਰਾਜ ਸਾਹਿਬ ਜੀ ਵੱਡੀ ਵਡਿਆਈ ਦਿੰਦੇ ਹਨ। ਸੇ ਜਨ ਸੱਚੀ ਦਰਗਹਿ ਜਾਣੇ, ਜਿਨ੍ਹਾਂ ਨੇ ਤੇਰੀ ਕਿਰਪਾ ਨਾਲ ਇਹ ਵਡਿਆਈ ਪ੍ਰਾਪਤ ਕੀਤੀ ਹੈ, ਉਹ ਸੱਚੀ ਦਰਗਾਹ ਵਿੱਚ, ਅਕਾਲ ਪੁਰਖ ਦੇ ਦਰਬਾਰ ਵਿੱਚ ਜਾਣੇ ਗਏ। ਜਿਨ ਕੋ ਤਖਤ ਮਿਲੀ ਵਡਿਆਈ, ਗੁਰਮੁਖ ਸੇ ਪ੍ਰਧਾਨ ਥੀਏ। ਉਹਨਾਂ ਨੂੰ ਵਾਹਿਗੁਰੂ ਨੇ ਆਪ ਸਰੋਪਾ ਦਿੱਤਾ ਹੈ ਅਕਾਲ ਪੁਰਖ ਦੇ ਦਰਬਾਰ ਵਿੱਚ। ਇੱਥੇ ਭਾਵੇਂ ਕੋਏ ਨਾ ਜਾਣੈ ਕੋਏ ਨਾ ਮਾਨੈ, ਦੁਨੀਆ 'ਚ ਭਾਵੇਂ ਉਹਨਾਂ ਨੂੰ ਕੋਈ ਜਾਣੇ ਭਾਵੇਂ ਨਾ ਜਾਣੇ, ਉਹ ਅਕਾਲ ਪੁਰਖ ਦੀ ਦਰਗਾਹ 'ਚ ਜਾਣੇ ਗਏ ਹਨ। ਜਿਹੜੇ ਉੱਥੇ ਜਾਣੇ ਗਏ ਹਨ, ਉਹ ਸਦਾ ਹੀ ਜਾਣੇ ਗਏ ਹਨ। ਧਰੂ ਪ੍ਰਹਲਾਦ ਜਪਿਓ ਹਰ ਜੈਸੇ। 5 ਸਾਲ ਦੇ ਬੱਚੇ ਸਨ ਇਹ ਦੋਵੇਂ ਹੀ। 5 ਬਰਕ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਉਹ ਅਮਰ ਪਦਵੀ ਮਿਲ ਗਈ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਧਰੂ ਅਟਲ ਅਜਹੂ ਨਾ ਟਰਿਓ। ਬਾਕੀ ਸਾਰੇ ਤਾਰੇ ਬ੍ਰਹਮੰਡ ਦੇ ਵਿੱਚ ਘੁੰਮਦੇ ਰਹਿੰਦੇ ਆ, ਧਰੂ ਆਪਣੇ ਧੁਰੇ 'ਤੇ ਕਾਇਮ ਰਹਿੰਦਾ, ਉਹ ਨਹੀਂ ਟਲਦਾ। ਇਹ ਪ੍ਰਤੱਖ ਦੇਖਿਆ ਗਿਆ। ਅਤੇ ਗੁਰੂ ਸਾਹਿਬ ਕਹਿੰਦੇ ਧਰੂ ਅਟਲ ਅਜਹੂ, ਅਜੇ ਤੱਕ ਨਹੀਂ ਟਲਿਆ। ਕਿਵੇਂ? ਉਹ ਅਵਸਥਾ ਭਗਤੀ ਕਰਕੇ ਪ੍ਰਾਪਤ ਹੋਈ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਦਰ ਦੇ ਵਿੱਚ, ਆਪਣੇ ਦਰਬਾਰ ਦੇ ਉੱਤੇ ਬਿਠਾਇਆ ਹੈ, ਮਾਣ ਦਿੱਤਾ ਹੈ। ਦੁਨੀਆ ਦੀ ਕਿਹੜੀ ਤਾਕਤ ਹੈ ਧਰੂ ਨੂੰ ਟਾਲ ਸਕਦੀ? ਕੋਈ ਵੱਡੀ ਤੋਂ ਵੱਡੀ ਤਾਕਤ ਵੀ, ਲੱਖਾਂ ਤਾਕਤਾਂ ਇਕੱਠੀਆਂ ਹੋ ਜਾਣ, ਪਰਮੇਸ਼ਰ ਦੇ ਭਗਤਾਂ ਦੀ ਮਹਿਮਾ ਨੂੰ ਘਟਾ ਨਹੀਂ ਸਕਦੀਆਂ। ਇਹ ਪਾਵਨ ਬਚਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸੰਗਤਾਂ ਨਾਲ ਸਾਂਝੇ ਕੀਤੇ। ਭੁੱਲਾਂ ਚੁੱਕਾਂ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਏ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ। ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਸਲੋਕ ਪਾਉਣ ਗੁਰੂ ਪਾਣੀ ਪਿਤਾ। ਮਾਤਾ ਤਰਤ ਮਹਤ,
ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁਟ ਜਿਨੀ ਨਾਮ ਧਿਆਇਆ ਗਏ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ